Hello everyone, welcome you all in your own channel Learn Everything. So ਅਸੀਂ ਕਰ ਰਹੇ ਸੀ ਕੋਨਿਕ ਸੈਕਸ਼ਨ, ਨੈਕਸਟ ਇਜ਼ ਐਲਿਪਸ। ਦੇਖਦੇ ਆ ਐਲਿਪਸ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਬੇਸਿਕਸ ਕੁਝ ਦੱਸਾਂਗੀ ਕਿਉਂਕਿ ਇਹਦੇ ਫਾਰਮੂਲੇਜ਼ ਇੰਪੋਰਟੈਂਟ ਹੈਗੇ। ਦੇਖੋ ਜੋ ਚੀਜ਼ਾਂ ਸਮਝੋਗੇ ਤਾਂ ਹੀ ਅੱਗੇ ਸਮ ਹੋਣੇ ਹੈਗੇ। ਕਲੀਅਰ? ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਧਿਆਨ ਨਾਲ ਸਮਝਿਓ। ਸੋ ਫਸਟ ਆਫ ਆਲ ਵਾਟ ਇਜ਼ ਐਲਿਪਸ? ਜਿੱਦਾਂ ਹਰ ਇੱਕ ਡੈਫੀਨੇਸ਼ਨ ਕੀਤੀ, ਸਰਕਲ ਦੇ ਵਿੱਚ ਕੀ ਸੀਗਾ, ਇੱਕ ਪੁਆਇੰਟ ਤੋਂ ਹਰ ਇੱਕ ਪੁਆਇੰਟ ਜਿਹੜਾ ਸਰਕਲ ਤੇ ਸੀ ਉਹਦਾ ਡਿਸਟੈਂਸ ਕੀ ਸੀਗਾ, ਇੱਕ ਫਿਕਸ ਪੁਆਇੰਟ ਤੋਂ ਬਰਾਬਰ ਸੀ। ਪੈਰਾਬੋਲਾ ਚ ਕੀ ਸੀਗਾ, ਇੱਕ ਫਿਕਸ ਪੁਆਇੰਟ ਤੋਂ ਤੇ ਇੱਕ ਫਿਕਸ ਲਾਈਨ ਤੋਂ ਡਿਸਟੈਂਸ ਜਿਹੜਾ ਹਰ ਪੁਆਇੰਟ ਦਾ ਜਿਹੜਾ ਪੈਰਾਬੋਲਾ ਤੇ ਹਰ ਪੁਆਇੰਟ ਸੀ ਉਹ ਡਿਸਟੈਂਸ ਕੀ ਸੀ, ਬਰਾਬਰ ਸੀ। ਠੀਕ ਹੈ। ਬਟ ਐਲਿਪਸ ਦੇ ਵਿੱਚ ਕੀ ਆ, ਐਲਿਪਸ ਦੇ ਵਿੱਚ ਕੀ ਆ, ਏਦਾਂ ਦਾ ਹੁੰਦਾ ਐਲਿਪਸ। ਇਹ ਉਹਨਾਂ ਸਾਰੇ ਪੁਆਇੰਟਸ ਦੀ ਕਲੈਕਸ਼ਨ ਹੈਗੀ ਆ, ਯਾਨੀ ਇਹ ਸਾਰੇ ਪੁਆਇੰਟਸ ਦੀ ਕਲੈਕਸ਼ਨ ਆ। ਜਿਹੜਾ ਪੁਆਇੰਟ ਆ ਉਹਦਾ ਇੱਕ ਫਿਕਸ ਪੁਆਇੰਟ ਤੋਂ ਤੇ ਇੱਕ ਫਿਕਸ ਲਾਈਨ ਤੋਂ ਜਿਹੜਾ ਡਿਸਟੈਂਸ ਆ ਉਹਦੀ ਰੇਸ਼ੋ ਕਾਂਸਟੈਂਟ ਆ। ਦੇਖੋ ਦਿਸ ਇਜ਼ ਪੁਆਇੰਟ ਫਿਕਸ P, this is fixed point S and this is a fixed line L। ठीक है, इतने मैं पॉइंट मान लिया M, यानी कि PS upon PM is equal to E। Clear? E is eccentricity, it is always E की वैल्यू होएगी greater than 0 and less than 1। क्लियर हो रही था ये चीज कि जेड़ा फिक्स पॉइंट तो डिस्टेंस ते फिक्स लाइन तो डिस्टेंस होएगा, यदि कोई भी पॉइंट इत्ते पिया होवे और डिस्टेंस इज ऑलवेज कांस्टेंट। उन्हां सारे पॉइंट्स दी की हैगी आ कलेक्शन हैगी। ਅਸੀਂ ਇਹ ਵਾਲਾ ਮੰਨ ਲੈਣੇ ਜਿਹੜਾ ਐਲਿਪਸ ਆ ਉਹ ਮੰਨ ਲੈਣੇ ਹੈਗਾ ਸਿੰਪਲ ਐਲਿਪਸ ਮੰਨਦੇ ਆ। ਸਟੈਂਡਰਡਾਈਜ਼ मतलब ਕਿ ਇਹਦੇ ਜਿਹੜੇ ਸੈਂਟਰ ਹੋਣਗੇ ਉਹ ਕਿਤੇ ਹੋਣਗੇ ओरिजिन ਤੇ। दैट मींस दिस इज x एक्सिस, दिस इज y एक्सिस। क्लियर? पहला ये गल। इस टाइम जेड़ा फोकस आ फिक्स पॉइंट ਨੂੰ ਤੁਹਾਨੂੰ ਪਤਾ ਹੀ ਹੈ फोकस ਬੋਲਿਆ ਜਾਂਦਾ। ਇਹ ਜਿਹੜਾ S ਹੈਗਾ ਇਹਨੂੰ फोकस ਕਹਾਂਗੇ ਆਪਾਂ ਤੇ ਇਹ ਜਿਹੜੀ ਲਾਈਨ L ਹੈਗੀ ਇਹਨੂੰ ਡਾਇਰੈਕਟ੍ਰਿਕਸ ਕਹਿੰਦੇ ਆ। ਇਹ ਗੱਲਾਂ ਨਾਲ ਨਾਲ ਨੋਟ ਕਰ ਲਿਓ। ਜਿਹਦੇ ਕੋਲ ਤਾਂ ਮੈਥਸ ਹੈਗੇ ਆ, ਸਾਰਾ ਕੁਝ ਹੈਗਾ ਉਹ ਠੀਕ ਹੈ, ਜਿਹਨੂੰ ਨਹੀਂ ਉਹ ਵਾਲੇ ਨੋਟ ਕਰ ਲਓ। ਕਲੀਅਰ? ਇਹ फोकस ਹੈਗਾ ਤੇ ਇਹ ਹੈਗਾ ਡਾਇਰੈਕਟ੍ਰਿਕਸ। x एक्सिस हो गया y एक्सिस। ਇਹ ਜਿਹੜਾ ਪੈਰਾਬੋਲਾ ਜਿਹਦੇ फोकस x एक्सिस ਤੇ ਹੋਣਗੇ ਉਹਨੂੰ ਆਪਾਂ ਕਿਹੜਾ ਪੈਰਾਬੋਲਾ ਸੌਰੀ एलिप्स ਕਿਹੜਾ ਬੋਲਾਂਗੇ, हॉरिजॉन्टल एलिप्स। ਜਿਹਦੇ फोकस x एक्सिस ਤੇ ਹੋਣਗੇ ਉਸ ਵਾਲੇ एलिप्स ਨੂੰ ਆਪਾਂ ਕਿਹੜਾ एलिप्स ਬੋਲਾਂਗੇ, हॉरिजॉन्टल। ਇਹੀ ਜੇ फोकस y एक्सिस ਤੇ ਚੱਲ ਜਾਣਗੇ ਫਿਰ वर्टिकल ਕਰਾਂਗੇ, ਉਹ ਵੀ ਮੈਂ ਤੁਹਾਨੂੰ ਕਰਵਾ ਦਵਾਂਗੀ। ਕਰੀ ਲਈਏ ਨਹੀਂ ਤਾਂ ਉਹ ਵੀ ਨਾਲ ਨਾਲ। ਜਿੱਦਾਂ ਫॉर एग्जांपल ਇਹ ਹੈਗੇ ਸੈਂਟਰ, ਜੇ एलिप्स ਸਾਡੇ ਕੋਲ ਇਹ ਵਾਲਾ ਹੈ, ਕਲੀਅਰ ਬਣੇਗਾ ਤੇ ਇੱਥੋਂ ਗੋਲ ਹੀ। क्लियर? सो डायग्राम दिस इज x एक्सिस, दिस इज y एक्सिस। लेट्स से हुन जेडे फोकस हैगे ने वो फिक्स पॉइंट ਇੱਥੇ ਹੈਗਾ ਆ। ठीक है, तो फिक्स लाइन ਇੱਧਰ ਲੈ ਲਓ, ਜਿੱਥੇ y एक्सिस ਤੇ ਜਿੱਥੇ ਮਰਜ਼ੀ ਲੈ ਸਕਦੇ ਤੁਸੀਂ, ਭਾਵੇਂ ਇੱਥੇ ਲੈ ਲਓ। ਇਹ ਹੈਗੀ ਫਿਕਸ ਲਾਈਨ। ਇਹ ਕੋਈ ਪੁਆਇੰਟ ਆ ਜਿਹਦਾ ਫਿਕਸ ਲਾਈਨ ਤੋਂ ਤੇ ਫਿਕਸ ਇਹ ਤੋਂ ਡਿਸਟੈਂਸ ਕੀ ਆ, ਬਰਾਬਰ। क्लियर? ਇਹ ਕਿਹੜਾ ਹੋ ਗਿਆ, वर्टिकल एलिप्स। वर्टिकल क्यों? क्योंकि ਜਿਹੜਾ ਫਿਕਸ ਪੁਆਇੰਟ ਆ ਇਹ ਕਿਹੜੀ ਐਕਸਿਸ ਤੇ ਚਲਾ ਗਿਆ, y एक्सिस। क्लियर हो रही ਤੁਹਾਨੂੰ ਇਹ ਗੱਲ? ਇਹ ਹੋ ਗਿਆ वर्टिकल एलिप्स। ਹੁਣ ਦੇਖੋ ਤੇ ਇਹ ਹੈਗੇ ਸੈਂਟਰ, ਇਹਨੂੰ O ਪੁਆਇੰਟ ਮੰਨ ਲਓ। ਸੈਂਟਰ ਹੈਗੇ ਨੇ ओरिजिन। ਜਿੱਥੇ ਇਹ एलिप्स ਨੂੰ ਕੱਟ ਰਹੇ ਹੈਗੇ ਨੇ ਉਹਨੂੰ ਬੋਲਦੇ ਵਰਟੈਕਸ। ਲੈਟਸ ਸੀ ਦਿਸ ਇਜ਼ A1, ਦਿਸ ਇਜ਼ A2। ਇਹਦੀ ਇਹਨੂੰ ਵੀ ਕੱਟ ਰਹੇ ਨੇ, ਇਹਨੂੰ ਮੰਨ ਲਓ A1, ਦਿਸ ਇਜ਼ A2। ਇਹ ਚੀਜ਼ਾਂ ਬੇਸਿਕਸ ਹੈ, ਸਮਝੋਗੇ ਤਾਂ ਸਮ ਹੋਣੇ, ਅਦਰਵਾਈਜ਼ ਸਮ ਨਹੀਂ ਤੁਹਾਡੇ ਕੋਲ ਹੋਣੇ। ਠੀਕ ਹੈ, ਇਸ ਚੀਜ਼ ਨੂੰ ਧਿਆਨ ਨਾਲ ਸਮਝਿਓ। ਹੈ ਬਹੁਤ ਈਜ਼ੀ ਹੈ। ਦੇਖੋ ਸਭ ਤੋਂ ਖਾਸ ਗੱਲ ਦੱਸਾਂ ਮੈਂ ਤੁਹਾਨੂੰ ਇਹਦੇ ਫਾਰਮੂਲੇਸ ਦੀ, ਜਿਹੜੇ ਐਲਿਪਸ ਦੇ ਹਾਈਪਰਬੋਲਾ ਦੇ ਫਾਰਮੂਲੇਸ ਹੈਗੇ ਨਾ ਸੇਮ ਹੀ ਹੈਗੇ ਨੇ। ਜਸਟ ਉੱਥੇ ਇੱਕ ਕਨਸੈਪਟ ਸਮਝਣ ਦੀ ਲੋੜ ਪੈਂਦੀ ਹੈ। ਮਤਲਬ ਤੁਸੀਂ ਇਹਨੂੰ ਚੰਗੀ ਤਰ੍ਹਾਂ ਕਰ ਲੈਂਦੇ ਹੋ, ਕਹਿ ਲਓ ਤੁਹਾਡਾ ਹਾਈਪਰਬੋਲਾ ਜਿਹੜਾ ਹੈਗਾ ਉਹਦੇ ਵੀ ਕਿੰਨੇ ਸਾਰੇ ਸਮਝ ਲਓ ਫਾਰਮੂਲੇ ਨਾਲ ਹੀ ਹੋ। ਕਲੀਅਰ? ਇੱਕ ਕਨਸੈਪਟ ਹੁੰਦਾ ਬਸ ਚੇਂਜ ਜਿਹੜਾ ਹੁੰਦਾ। ਸੋ A1 A2 ਕੀ ਹੈਗੇ ਨੇ, ਵਰਟਿਸਿਸ ਆਫ ਐਲਿਪਸ। ਸੈਂਟਰ ਤੋਂ ਲੈ ਕੇ ਉਹ ਹੈਗਾ ਸੈਂਟਰ, ਉਹ ਕੀ ਹੈ ਸੈਂਟਰ। ਸੈਂਟਰ ਤੋਂ ਲੈ ਕੇ ਵਰਟੈਕਸ ਤੱਕ ਦੀ ਜਿਹੜੀ ਦੂਰੀ ਆ ਉਹਨੂੰ ਆਪਾਂ ਮੰਨ ਲੈਂਦੇ A। ਜਿੰਨੀ ਇੱਧਰ ਨੂੰ ਹੋਏਗੀ ਉਨੀ ਇੱਧਰ ਨੂੰ ਹੋਏਗੀ। ਸੋ ਟੋਟਲ ਦੂਰੀ ਇਹ ਕਿੰਨੀ ਹੋ ਗਈ, 2A। ਤੇ ਜਿਹੜੀ ਵੱਡੀ ਐਕਸਿਸ ਆ ਉਹਨੂੰ ਆਪਾਂ ਮੇਜਰ ਐਕਸਿਸ ਕਵਾਂਗੇ। A1 A2 ਤੁਹਾਡੇ ਕੋਲ ਕੀ ਹੋ ਜਾਏਗੀ, ਮੇਜਰ ਐਕਸਿਸ। ਇੱਧਰ ਹੀ ਇੱਧਰ ਵੀ ਤਾਂ ਕੱਟ ਹੀ ਰਿਹਾ, ਇਹਨੂੰ ਮੰਨ ਲਓ B1 B2। ਤੇ ਇਹ ਛੋਟੀ ਵਾਲੀ ਐਕਸਿਸ ਨੂੰ ਆਪਾਂ ਕੀ ਕਹਿ ਦੇਣਾ, ਮਾਈਨਰ ਐਕਸਿਸ। ਇਹਨੂੰ ਕੀ ਬੋਲਦੇ ਨਾ, ਮਾਈਨਰ
एक्सिस मेजर एक्सिस की लेंथ फिर कितनी हो गई 2a माइनर की लै लेनी इधर नूं भी b लै लेनी इधर नूं भी b ते टोटल की हो गई 2b माइनर एक्सिस की हो गई 2b ਇਹਦੇ केस च देखो मेजर एक्सिस केड़ी हो जानी हुण y ते ये दूरी a वाली दी a ਇਹਦੀ छोटी वाली दी b इधर नूं भी की हो जाएगी b ठीक है सो है दोनों ਦੀ सेम बस फर्क की पिया ਇਹਦੇ ਤੇ ਜਿਹੜੀ मेजर एक्सिस ਸੀ ਉਹ x एक्सिस ਤੇ ਸੀਗੀ माइनर y एक्सिस ਤੇ ਸੀਗੀ ਇਹ ਚ मेजर एक्सिस y एक्सिस ਤੇ चल गई माइनर केती हो गई x एक्सिस क्लियर ਤੁਹਾਨੂੰ ਇਹ ਬਣੀਆਂ ਗੱਲਾਂ ਪਹਿਲਾਂ ਇਹ ਵਾਲਾ ਪੁਆਇੰਟ ਪਹਿਲਾਂ ਕਲੀਅਰ ਹੋਣਾ ਚਾਹੀਦਾ ਫਾਰਮੂਲੇਸ ਦਾ ਆਰਾਮ ਨਾਲ ਇੱਕ ਦੇ ਬਣਾਵਾਂਗੇ ਦੂਸਰੇ ਦੇ ਆਟੋਮੈਟਿਕਲੀ ਬਣ ਜਾਣਗੇ ਪਤਾ ਹੈ ਉਹ x ਤੋਂ y ਸ਼ਿਫਟ ਹੋਣਾ ਬਸ ਹੋਰ ਤਾਂ ਕੁਝ ਨਹੀਂ ਹੋਣਾ ਪਹਿਲਾਂ ਤੁਸੀਂ ਇੰਨਾ ਨੋਟ ਡਾਊਨ ਕਰ ਲਓ ਫਿਰ ਉਸ ਤੋਂ ਅੱਗੇ ਮੈਂ ਤੁਹਾਨੂੰ ਕਰਵਾਉਂਗੀ ਹਾਂ ਤੁਸੀਂ ਦੀ ਇਕੁਏਸ਼ਨ ਵੀ ਲਿਖ ਲਓ ਡਿਰਾਈਵ ਨਹੀਂ ਕਰਾਣੀ ਇਕੁਏਸ਼ਨ ਤੁਸੀਂ ਐਜ਼ ਇਟ ਇਜ਼ ਯਾਦ ਰੱਖਣੀ ਆ ਜੋ ਹੌਰੀਜ਼ੌਂਟਲ ਹੈਗਾ ਉਹਦੀ ਇਕੁਏਸ਼ਨ ਹੁੰਦੀ ਆ ਐਲਿਪਸ ਦੀ x² + a² + y² b² = 1 ਇਹਦੇ ਲਈ ਇਕੁਏਸ਼ਨ ਕੀ ਹੋਏਗੀ x² b² + y² a² = 1 ਯਾਦ ਕਿੱਦਾਂ ਰੱਖੋਗੇ ਇਹਨੂੰ x² x ਵਾਲੀ ਐਕਸਿਸ ਯਾਨੀ ਇੱਥੇ ਮੇਜਰ ਐਕਸਿਸ a ਆ a ਨੂੰ ਹਮੇਸ਼ਾ ਮੇਜਰ ਐਕਸਿਸ ਦਾ ਡਿਸਟੈਂਸ ਤੁਸੀਂ a2a ਹੀ ਲਓਗੇ ਕਲੀਅਰ तो y एक्सिस ਤੇ ਇੱਥੇ x ਤੇ ਕਿਹੜੀ ਆ ਗਈ ਮਾਈਨਰ b ਵਾਲੀ तो ਉਹਦੇ ਨੀਚੇ ਕੀ ਆ ਗਿਆ b² ਮੈਂ ਇਦਾਂ ਯਾਦ ਰੱਖਿਆ ਹੋਇਆ ਕਿਉਂਕਿ ਤੁਹਾਨੂੰ ਬਹੁਤ ਜਗ੍ਹਾ ਇਹਦਾ ਅਲੱਗ-ਅਲੱਗ ਵੀ ਮਿਲੇਗਾ ਕਈ ਵਾਰੀ ਕੀ ਕਰਦੇ ਆ ਕਈ a ਜਿਹੜੀ ਆ ਉਹਨੂੰ a ਹੀ ਰਹਿਣ ਦਿੰਦੇ ਆ ਤੇ ਇਹਨੂੰ ਚੇਂਜ ਕਰ ਦਿੰਦੇ ਆ ਫਿਰ ਇੱਥੇ ਨੀਚੇ a² ਹੀ ਆ ਜਾਂਦਾ ਬਟ ਮੈਨੂੰ ਇਹ ਵਾਲਾ ਮੈਥਡ ਇਸ ਲਈ ਈਜ਼ੀ ਲੱਗਦਾ ਕਿਉਂਕਿ ਤੁਸੀਂ ਮੇਜਰ ਮਾਈਨਰ ਦਾ ਕਨਸੈਪਟ ਸੇਮ ਰੱਖਦੇ ਹੋ ਤੇ ਫਾਰਮੂਲੇਜ਼ ਵੀ ਉੱਧਰ ਫਿਰ ਸੇਮ ਰਹਿੰਦੇ ਸਿਰਫ x ਤੇ y ਐਕਸਿਸ ਦਾ ਡਿਫਰੈਂਸ ਆਂਦਾ ਹੋਰ ਕੋਈ ਡਿਫਰੈਂਸ ਨਹੀਂ ਆਂਦਾ ਕਿਉਂਕਿ ਆਪਾਂ ਕੀ ਕਰ ਰਹੇ ਮੇਜਰ ਨੂੰ ਮੇਜਰ ਹੀ ਰਹਿਣ ਦੇ ਜੇ ਮੇਜਰ ਦਾ ਡਿਸਟੈਂਸ a ਲਿਆ ਹੋਇਆ ਇਹਦੇ ਵਿੱਚ ਵੀ ਮੇਜਰ ਦਾ ਡਿਸਟੈਂਸ a ਲਿਆ ਜੇ x ਐਕਸਿਸ ਦੇ ਨੀਚੇ x ਵਾਲਾ ਡਿਸਟੈਂਸ ਆਇਆ ਇੱਥੇ ਵੀ x ਵਾਲੇ ਦੇ ਨੀਚੇ x ਵਾਲਾ ਡਿਸਟੈਂਸ ਆਇਆ ਕਲੀਅਰ ਇਸ ਕੇਸ ਚ ਕੀ ਹੈ a ਗ੍ਰੇਟਰ ਦੈਨ b ਆ ਦੋਨੇ ਗ੍ਰੇਟਰ ਦੈਨ ਕੀ ਆ 0 ਹੈਗੇ ਇੱਥੇ ਵੀ a ਗ੍ਰੇਟਰ ਦੈਨ b ਆ ਗ੍ਰੇਟਰ ਦੈਨ ਕੀ ਆ 0 ਡਿਸਟੈਂਸ 0 ਤੋਂ ਵੱਡਾ ਹੀ ਹੋਏਗਾ ਇਹ ਚੀਜ਼ਾਂ ਨੋਟ ਡਾਊਨ ਕਰ ਲਓ ਤੁਸੀਂ ਠੀਕ ਹੈ ਜਿਨ੍ਹਾਂ ਕੋ ਆਲਰੇਡੀ ਮਟੀਰੀਅਲ ਹੈਗਾ ਉਹ ਨਾਲ ਇਹ ਚੀਜ਼ਾਂ ਨੂੰ ਸਮਝਣ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਦੇ ਮੇਨ ਜਿਹੜੇ ਫਾਰਮੂਲੇ ਆਉਂਦੇ ਆ ਸੋ ਫਸਟ ਆਫ ਆਲ ਤਾਂ ਗੱਲ ਆਂਦੀ ਆ ਅਸੀਂ ਜੋ ਇੰਨਾ ਕੀਤਾ ਪਹਿਲਾਂ ਉਹੀ ਦੇਖ ਲੈਂਦੇ ਮੇਜਰ ਐਕਸਿਸ ਦੀ ਗੱਲ ਕਰਦੇ ਆ ਦੇਖੋ ਇੱਕ ਹੈਗਾ ਸਾਡੇ ਕੋਲ ਹੌਰੀਜ਼ੌਂਟਲ ਐਲਿਪਸ ਹੈਨਾ ਇਹ ਵਾਲਾ ਹੌਰੀਜ਼ੌਂਟਲ ਇਹ ਹੈਗਾ ਵਰਟੀਕਲ ਹੁਣ ਤੁਹਾਨੂੰ ਪਤਾ ਹੌਰੀਜ਼ੌਂਟਲ ਕਿਹੜਾ ਜੇ ਹੌਰੀਜ਼ੌਂਟਲੀ ਦੇਖਾਂ ਜਿਹੜਾ ਮੇਜਰ ਐਕਸਿਸ ਆ ਉਹਦੀ ਇਕੁਏਸ਼ਨ ਕੀ ਹੋਏਗੀ इक्वेशन ऑफ मेजर एक्सिस की होएगी तुसी आप दसो मेजर एक्सिस किस एक्सिस ते आ केड़ी एक्सिस ते आ मेजर एक्सिस x एक्सिस ते x एक्सिस दी इक्वेशन की हुंदी x एक्सिस ते कौन 0 हुंदा y सो y = की आ गया 0 समझ के करो चीजां नु ए चीजां नहीं औखियां आईयां वर्टिकल वाले एलिप्स ते आ जाओ वर्टिकल एलिप्स च मेजर एक्सिस केते आ y एक्सिस ते सो ਉੱਥੇ इक्वेशन की आ जानी ओदी x = 0 क्लियर जे मैं गल करा इक्वेशन ऑफ माइनर एक्सिस क्योंकि पेपर च चीज़ां इन्हें पूछी जाती केवल इक्वेशन ऑफ माइनर एक्सिस जे गल करते हॉरिजॉन्टल एलिप्स दी ਉਹ ਚ ਮਾਈਨਰ ਐਕਸਿਸ ਕਿਹੜੇ ਤੇ ਆ y ਤੇ ਐਕਸਿਸ ਤੇ तो ਉਹਦੀ ਇਕੁਏਸ਼ਨ ਕੀ ਆਏਗੀ x = 0 ਤੇ ਇਹਦੇ ਕੇਸ ਚ ਮਾਈਨਰ ਐਕਸਿਸ ਕਿਸ ਐਕਸਿਸ ਤੇ ਬੈਠੀ ਹੈ x ਐਕਸਿਸ ਤੇ ਤਾਂ ਉਹਦੀ ਇਕੁਏਸ਼ਨ ਕੀ ਆ ਗਈ y = 0 ਕਲੀਅਰ ਸੋ ਮੇਜਰ ਮਾਈਨਰ ਦੀਆਂ ਇਕੁਏਸ਼ਨਸ ਤੁਹਾਨੂੰ ਬਣਾਉਣੀਆਂ ਆ ਗਈ ਇੱਥੇ ਮੈਂ ਸਾਰੇ ਫਾਰਮੂਲੇ ਲਿਖਾ ਦਨੇ ਇੱਕ ਇੱਕ ਕਰਕੇ ਹੌਰੀਜ਼ੌਂਟਲ ਦੇ ਵੀ ਤੇ ਵਰਟੀਕਲ ਦੇ ਸੈਂਟਰ ਦੋਨਾਂ ਲਈ ਕੀ ਆ ਸੈਂਟਰ ਜੀ ਦੋਨਾਂ ਲਈ ਕੀ ਆ 0 0 ਆਪਾਂ ਸਟੈਂਡਰਡ ਫਾਰਮ ਲੈ ਕੇ ਚੱਲਨੇ ਆ ਦੂਸਰੇ ਸਮ ਵੀ ਕਰਾਂਗੇ ਉਹ ਤੁਹਾਨੂੰ ਬਸ ਟ੍ਰਿਕ ਨਾ ਕਰਾ ਦੇਣੀ ਜਦੋਂ ਸੈਂਟਰ ਸ਼ਿਫਟ ਹੁੰਦੇ ਤਾਂ ਪੈਰਾਬੋਲਾ ਚ ਕਰਾਇਆ ਸੀ ਨਾ ਬਸ ਉਹੀ ਕੰਮ ਕਰਨਾ ਹੈ ਸੈਂਟਰ ਤੋਂ ਬਾਅਦ ਵਰਟਿਕਸ ਦੇਖ ਲਓ ਵਰਟਿਸਿਸ ਓਕੇ ਇਹਦੇ ਲਈ ਵਰਟਿਕਸ ਇੱਧਰ ਨੂੰ ਕੀ ਆ a ਇੱਧਰ ਨੂੰ ਕੀ ਆ -a ਸੋ ਦੋਨੀ x ਤੇ ਆਣਾ ਜਾਂ ਮੈਂ ਕਹਿ ਸਕਦੀ ਨਾ +-a, 0 ਇਹਦੇ ਲਈ ਜਿਹੜੇ ਵਰਟਿਕਸ ਹੈਗੇ ਦੇਖੋ ਕਿਹੜੇ ਐਕਸਿਸ ਤੇ ਚਲੇ ਗਏ y ਐਕਸਿਸ ਤੇ ਠੀਕ ਹੈ ਮੇਜਰ ਐਕਸਿਸ ਤੋਂ ਲੈਣੇ ਹਮੇਸ਼ਾ ਤੇ ਡਿਸਟੈਂਸ ਕਿੰਨਾ a ਹੀ ਆ ਇੱਧਰ ਨੂੰ -a ਹੋਏਗਾ ਉੱਪਰ ਨੂੰ +a ਹੋਏਗਾ ਸੋ ਕੀ ਆਣਗੇ 0, +-a ਦੇਖੋ ਉਹੀ ਫਰਕ ਕੀ ਪਿਆ ਹੁਣ ਫਾਰਮੂਲਾ ਸੇਮ ਹੈ ਫਰਕ ਕੀ ਪੈ ਗਿਆ ਐਕਸਿਸ ਦਾ ਇੱਥੇ ਜਿਹੜੇ ਵਰਟਿਕਸ x ਐਕਸਿਸ ਤੇ ਸੀ ਉੱਥੇ ਕਿੱਥੇ ਚਲੇ ਗਏ y ਐਕਸਿਸ ਤੇ ਐਂਡ ਫੋਕਸ ਜਿਹੜੇ ਹੈਗੇ ਫੋਕਸ ਹੈਗੇ ਇਹਨਾਂ ਦੇ ਫੋਕਸ ਤੱਕ ਦੇ ਜਿਹੜੇ
ਜਿਹੜਾ ਫੋਕਸ ਹੁੰਦੇ ਆ ਵਾਲੇ ਡਿਸਟੈਂਸ ਆਂਦਾ ਹੀ ਆਂਦਾ AE। ਕਿੰਨਾ ਡਿਸਟੈਂਸ ਆਂਦਾ AE। ਇੱਥੇ ਕੀ ਹੋ ਜਾਏਗਾ 0, AE, क्योंकि y वाला पॉइंट लवांगे ना। सो उस तो बाद फोकस लिखते हैं, ये तुसी याद रखना एज इट इज, मैं डिराइव नहीं करानी, जिन्ना सिंपल सिंपल बिल्कुल किया जा सकता वो तक करवा देना। बाकी तुसी जेडे बहुत लंबियां डेरिवेशंस हैगियां उन्हां नूं मैं तुहानूं याद रखने का तरीका दस देना। गल आई फोकस दी ते डायरेक्ट्रिक्स की गल करते हैं, ये मैं तुहानूं उद्दे याद करा देनी। फोकस जेड़ा आ वो हॉरिजॉन्टल दे केस एक्स एक्सिस दा, सो प्लस माइनस AE, 0। वर्टिक्स से बस वो कितने चल जाएंगे। इक्वेशन ऑफ डायरेक्ट्रिक्स एक्स एक्सिस ते डायरेक्ट्रिक्स देखो एक्स से कट कर रही है तो एक्स इज इक्वल टू प्लस माइनस A अपॉन E, क्योंकि इधर भी हो सकती है इधर भी हो सकती। ये केस की हो जाएगी y इज इक्वल टू प्लस माइनस AE, यानी y तो इधर भी हो सकती इधर भी। हुण तुसीं बोलोगे जी असीं इहनूं किद्दां याद रखीए, मैं तुहानूं एक तरीका दसदी हां। असीं ये फार्मूला कीता ना E इज इक्वल टू PS अपॉन PM। S की है फोकस तक दा, S की है फोकस है साडे कोल, S ਦੇ ਤੁਸੀਂ PS ਕੱਢਣਾ ਤੇ ਤੁਸੀਂ PM ਨੂੰ A ਪੁੱਟ ਕਰ ਦਿਓ, ਕੀ ਆ ਗਿਆ AE। ਠੀਕ ਹੈ, ਕੀ ਆ ਗਿਆ AE। ਜਦੋਂ ਗੱਲ ਹੈਗੀ ਡਾਇਰੈਕਟ੍ਰਿਕਸ ਦੀ M ਪੁਆਇੰਟ ਚਾਹੀਦਾ, M ਪੁਆਇੰਟ PM ਦਾ ਡਿਸਟੈਂਸ ਚਾਹੀਦਾ, ਇਹਨੂੰ A ਪੁੱਟ ਕਰ ਦਿਓ ਤਾਂ PM ਕੀ ਆ ਜਾਏਗਾ A upon E। क्लियर ना। देखो फॉर्मूला भी याद हो गया, बाकी तो उदी याद होंदे सी, कितना इजी हो गया। फोकस S ते आ, S वाला डिस्टेंस चाहिदा, इहनू A पुट कर दो तो की आ गया AE। प्लस माइनस क्यों मैं दस्सिया, इधर भी आ सकदे इधर भी। हॉरिजॉन्टल X ते रहणगे पॉइंट, वर्टिकल ते Y ते चल जाएगा। डायरेक्ट्रिक्स की गल X से कट रही है, तुहानू पता हॉरिजॉन्टल चो X ते कटेगी, वर्टिकल चो वो Y ते होएगी। M वाली चाहिदा, M वाला चाहिदा ना तुहाडे कोल, इहनू इधर ले जाओ, इहनू पुट कर दो A तो की आ जाएगा A अपॉन, प्लस माइनस ना लेना, ये भी याद हो। नेक्स्ट तुसी लिखना हैगा इहदे विच लेंथ ऑफ लेटेस्ट रेक्टम, वो दोनों लिए सेम रहेगी। लेंथ ऑफ लेटेस्ट रेक्टम वो तुसी याद रख लियो, वो हुंदी है 2b स्क्वायर अपॉन A। ये एज इट इज याद रखनी, 2b स्क्वायर अपॉन। एक तुसी होर चीज याद रखनी, फोकल डिस्टेंस। हॉरिजॉन्टल दे केस होएगा A प्लस माइनस EX, ਇਹਦੇ केस A प्लस माइनस EY। बस ये दो चीजें तुसी याद रख लियो, बाकी तो मैं तुहानू तरीका भी दसता था, दूसरियां देख के समझ आंदियां। लेंथ ऑफ मेजर एक्सिस भी दसता 2A, माइनर दी 2B, एच भी मेजर दी 2A, माइनर दी 2B, इक्वेशंस भी करातियां, सेंटर, फोकस, वर्टेक्स, लेंथ ऑफ लेटेस्ट रेक्टम। हाँ जी, एक वेरी इंपॉर्टेंट चीज जी तो हर सम दे विच यूज ही होनी है, रिलेशन बिटवीन B, A एंड E। डिराइव नहीं करना, सीधा डायरेक्ट याद रखना रिलेशन हुंदा साडे कोल। इत्थे लिखा मैं, इत्थे लिख दिंदे आ, तुसीं स्क्रीनशॉट लेना ते ले सकदे हो। रिलेशन हुंदा जी वेरी इंपॉर्टेंट रिलेशन, B स्क्वायर इक्वल टू A स्क्वायर इनटू 1 माइनस E स्क्वायर। ये वाला रिलेशन B स्क्वायर इक्वल टू A स्क्वायर इनटू 1 माइनस E स्क्वायर, दिस इज अ वेरी वेरी इंपॉर्टेंट रिलेशनशिप, बहुत सारे फॉर्मूले च यूज होता है, नोट इट डाउन। क्लियर। सो ये वाला तुहाडे कोल मटीरियल पिया होना चाहिए, तां ही साडे कोल सम होणगे। हुण सम करदे हां आपां, ठीक है जी। ये मैं लगी हां मेटेन हॉरिजॉन्टल वर्टिकल, तुहानूं एलिप्स बारे आ गया समझ। सो सम तुसीं आप भी ट्राई करो नाल, समझ आ जाएंगे, बहुत ईजी हुंदे ने जे तुहानूं कंसैप्ट क्लीयर हो जाए। ठीक है, सिंपल सम आने सानूं ज्यादा कॉम्प्लिकेटेड नहीं आते। Find the length of major and minor axis. Okay, coordinate of foci, vertex and the centricity and equation of directrix for the ellipse. Ellipse given हैगा जी, देखो ध्यान नाल 9x square plus 16y square equal to 144। पहले इनू सही करके लिख लो। ellipse की फॉर्म की हुंदी सानू पता है, x square upon a square प्लस वाई स्क्वायर अपॉन बी स्क्वायर इक्वल टू 1। सानू इत्थे 1 चाहिए, डिवाइड च लाइयो, की आ जाएगा एक्स स्क्वायर अपॉन 16 प्लस वाई स्क्वायर अपॉन 9 इज इक्वल टू 144। बन गई इलिप्स दी इक्वेशन। कंपेयर करो इहदे नाल तां तुहाडे कोल a स्क्वायर आ जाएगा 16। अच्छा, तुहानू पता किदां लगेगा कि है ना ए वाला हॉरिजॉन्टल है या वर्टिकल है, दस सकदे? ऑब्वियसली ए वड्डा आना, इत्थे देखो x दे नीचे जेड़ा एक्सिस वो वड्डा आना, x ते एक्सिस जो भी x दे नीचे वाला वड्डा वो हॉरिजॉन्टल एक्सिस, y दे नीचे वाला वड्डा ते वर्टिकल एक्सिस। बस
ਤੁਹਾਨੂੰ ਕਰਵਾਈ ਵੀ ਮੈਂ ਉਹ ਚੀਜ਼। ਤੇ a ਸਕੁਅਰ ਆ ਗਿਆ 16 ਇੰਪਲਾਈਜ਼ ਟੂ a ਕਿੰਨਾ ਆ ਗਿਆ ਤੁਹਾਡੇ ਕੋਲ 4। b ਸਕੁਅਰ ਇਕੁਅਲ ਟੂ 9 ਤੇ ਇੰਪਲਾਈਜ਼ ਟੂ b ਕਿੰਨਾ ਆ ਗਿਆ ਸਾਡੇ ਕੋਲ 3। ਕਲੀਅਰ? ਪਹਿਲਾਂ ਇੰਨੀ ਗੱਲ ਕਲੀਅਰ ਹੈਗੀ ਤੁਹਾਨੂੰ? ਠੀਕ ਆ ਜੀ। ਸੋ ਪਤਾ ਕੀ ਕਰਨਾ ਆਪਾਂ, ਫਾਈਂਡ ਦ ਲੈਂਥ ਆਫ ਮੇਜਰ ਐਂਡ ਮਾਈਨਰ ਐਕਸਿਸ। ਕਿੰਨਾ ਈਜ਼ੀ ਆ। ਮੇਜਰ ਐਕਸਿਸ ਦੀ ਲੈਂਥ ਇਜ਼ ਆਲਵੇਸ 2a, that is 2a ਵੈਲਿਊ ਹੈਗੀ ਤੁਹਾਡੇ ਤੋਂ, that is 8 ਆ ਗਿਆ ਤੁਹਾਡੇ ਕੋਲ। ਮਾਈਨਰ ਐਕਸਿਸ ਕੀ ਹੁੰਦੀ 2b, b ਕਿੰਨਾ ਹੈਗਾ 3, that is ਕਿੰਨਾ ਆ ਗਿਆ 6। ਇੱਥੇ ਤੱਕ ਤਾਂ ਬਹੁਤ ਈਜ਼ੀ ਸੀਗਾ। ਉਸ ਤੋਂ ਬਾਅਦ ਅਸੀਂ ਪਤਾ ਕਰਨੇ ਕੋਆਰਡੀਨੇਟ ਆਫ ਫੋਕਲ। ਓਕੇ, ਕੀ ਹੁੰਦੇ ਸਾਡੇ ਕੋਲ ਹੌਰੀਜ਼ੌਂਟਲ ਵਾਲੇ ਲਈ ਪਲੱਸ ਮਾਈਨਸ ae, 0 ਇਹੀ ਹੁੰਦੇ। ਇਹ ਤਾਂ ਮੇਰੇ ਕੋਲ ਹੈਗਾ, e ਨਹੀਂ ਹੈਗਾ, ਬਟ ਇੱਕ ਮੈਂ ਫਾਰਮੂਲਾ ਲਿਖਾਇਆ ਸੀ, ਤੁਹਾਨੂੰ ਦੱਸਿਆ ਸੀ ਨਾ ਸਾਰੇ ਸਮਸ ਯੂਜ਼ ਹੋਣਾ। b ਸਕੁਅਰ ਇਕੁਅਲ ਟੂ a ਸਕੁਅਰ ਇਨਟੂ 1 ਮਾਈਨਸ e ਸਕੁਅਰ। ਇਹਦੀ ਹੈਲਪ ਨਾਲ e ਕੱਢ ਲਵਾਂਗੇ ਕਿ ਨਹੀਂ, ਕਿਉਂਕਿ b ਸਕੁਅਰ ਵੀ ਗਿਵਨ ਹੈਗਾ ਸਾਨੂੰ 9, a ਸਕੁਅਰ ਗਿਵਨ ਹੈਗਾ 16 ਇਨਟੂ 1 ਮਾਈਨਸ ਕੀ ਹੈਗਾ ਸਾਡੇ ਕੋਲ e ਸਕੁਅਰ। ਇਹਨੂੰ ਕਰ ਦੋ ਮਲਟੀਪਲਾਈ, ਇਹ ਆ ਜਾਏਗਾ 9 ਇਜ਼ ਇਕੁਅਲ ਟੂ 16 ਮਾਈਨਸ 16 e ਸਕੁਅਰ। 16 e ਸਕੁਅਰ ਇੱਧਰ ले आओ, 16 माइनस कर दो 9, ਤੇ ਆ ਜਾਏਗਾ ਸਾਡੇ ਕੋਲ 16 e ਸਕੁਅਰ 7 e ਸਕੁਅਰ is equals to 7 by 16 implies to e is equals to 7 by under root 4। so e ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ under root 7 by 4। ਕਲੀਅਰ? ਗਰਾ ਦਸਵਾਂ b ਸਕੁਅਰ ਦਾ ਫਾਰਮੂਲਾ ਸਾਡੇ ਕੋਲ ਹੁੰਦਾ a ਸਕੁਅਰ into 1 minus e ਸਕੁਅਰ। ਇਹ ਫਾਰਮੂਲਾ ਹੁੰਦਾ ਨਾ, b ਸਕੁਅਰ ਦੀ ਵੈਲਿਊ ਵੀ ਗਿਵਨ ਹੈਗੀ, a ਸਕੁਅਰ ਦੀ ਵੀ ਹੈਗੀ, e ਕੱਢ ਲਿਆ ਆਪਾਂ। कितना आ गया 3 स्क्वायर 7 by 16 स्क्वायर ਦਾ ਉਧਰ स्क्वायर रूट बन गया अंडर रूट 7 by 4। सो ਹੁਣ ਆਪਾਂ ਕੱਢ ਸਕਦੇ ਨਾ ਫੋਕਈ, ਇੱਥੇ ਲਿਖ ਲੈਣੇ ਆ e is equals to ਆ ਗਿਆ अंडर रूट 7 by 4। ਸੋ ਅਸੀਂ ਕੱਢ ਲੈਣੇ ਹੁਣ ਸਾਡੇ ਕੋਲ ਜਿਹੜੇ ਫੋਕਸ ਦੇ ਕੋਆਰਡੀਨੇਟ ਹੈਗੇ ਉਹ ਕੀ ਹੁੰਦੇ ਆ। ਹੌਰੀਜ਼ੌਂਟਲ ਪੈਰਾਬੋਲਾ ਹੈਗਾ ਤੇ ਪਲੱਸ ਮਾਈਨਸ e, 0 ae 0। ਜੇ ਹੁੰਦਾ ਇਹ ਵਰਟੀਕਲ ਫਿਰ ae ਉਧਰ ਚਲ ਜਾਣਾ। ਸੋ ਪੁੱਟ ਕਰ ਦੋ ਹੁਣ ਵੈਲਿਊਜ਼, ਪਲੱਸ ਮਾਈਨਸ ae, a ਕਿੰਨਾ ਹੈਗਾ ਸਾਡੇ ਕੋਲ 4 ਇਨਟੂ e ਕਿੰਨਾ ਅੰਡਰ ਰੂਟ 7 by 4। ਸੋ ਕਿੰਨਾ ਆ ਗਿਆ ਪਲੱਸ ਮਾਈਨਸ ਅੰਡਰ ਰੂਟ 7, 0। ਕਿੰਨੇ ਈਜ਼ੀਲੀ ਨਿਕਲ ਗਏ ਜੇ ਤੁਹਾਨੂੰ ਕਨਸੈਪਟ ਕਲੀਅਰ। ਫਾਰਮੂਲੇਸ ਹੈਗੇ ਕਲੀਅਰ, ਸਿੱਧੀ ਗੱਲ ਕਹੂੰਗੀ ਫਾਰਮੂਲੇਸ ਤੇ ਇੱਕ ਹੌਰੀਜ਼ੌਂਟਲ ਤੇ ਵਰਟੀਕਲ ਦਾ ਕਨਸੈਪਟ ਕੀ ਤੁਹਾਨੂੰ ਦੇਖ ਕੇ ਪਤਾ ਚੱਲ ਜਾਵੇ ਹੌਰੀਜ਼ੌਂਟਲ ਪੈਰਾਬੋਲਾ ਹੈਗਾ, ਸੌਰੀ हॉरिजॉन्टल एलिप्स है या फिर वर्टिकल एलिप्स है। नेक्स्ट इज पता करने हैगे वर्टिसेस। हॉरिजॉन्टल हैगा ते की हुंदे प्लस माइनस a, 0 ए तानू गिवन हैगा सो कितना प्लस माइनस 4, 0। इसेंट्रिसिटी कट ली है एंड इक्वेशन ऑफ डायरेक्ट्रिक्स की सी इक्वेशन ऑफ डायरेक्ट्रिक्स x इज इक्वल्स टू प्लस माइनस a अपॉन e। प्लस माइनस a दी वैल्यू कितनी है 4, e कितना अंडर रूट 7 by 4 ऊपर चला जाएगा दैट इज प्लस माइनस 16 by अंडर रूट 7। क्लियर, यू कैन टेक द स्क्रीनशॉट। सो ये पहला सम हो गया बहुत इजीली। हुण असीं दूसरा सम करते हैं। फाइंड द इक्वेशन ऑफ एलिप्स। इक्वेशन एलिप्स की पता करनी है, पहले से दी हुई सी। सैटिस्फाइंग द फॉलोइंग कंडीशन। कंडीशन की है जी वर्टिसेस हैगे ने एट प्लस माइनस 13,0 एंड फोकई है एट प्लस माइनस 5,0। खुद ट्राई करो तुसी भी, वीडियो ਨੂੰ रोक के फिर नाल मैच करियो, कुछ आइडिया ਤੁਹਾਨੂੰ जो भी लगे क्योंकि जब खुद ट्राई करते हो ना ਤੇ ਉਹ ਥੋੜਾ ਕਨਸੈਪਟ ਬਣਦਾ, ਤੁਹਾਨੂੰ ਪਤਾ ਲੱਗਦਾ ਸੀ ਕਿ ਚੀਜ਼ਾਂ ਨੂੰ ਕਿੱਦਾਂ ਰਿਲੇਟ ਕਰ ਪਾ ਰਹੇ। ਠੀਕ ਹੈ, ਟਰਾਈ ਕਰਨ ਚ ਕੀ ਜ਼ਿਆਦਾ, ਟਰਾਈ ਤਾਂ ਕਰੋ ਨਾ। ਸੋ वर्टिसेस गिवन हैगे ने सानू प्लस माइनस 13,0। सो देखते पता लग गया पॉइंट एक्स वाला दिता यानी हॉरिजॉन्टल पैराबोला की हुंदे उधर साडे को प्लस माइनस a, 0। सो इथों सीधा ही पता लग गया a कितनी तुहानू गिवन हैगी 30। हो कई ए दिते हैगे प्लस माइनस 5,0 की हुंदे साडे को प्लस माइनस ae, 0 यानी प्लस माइनस ae दी वैल्यू कितनी दित्ती तुहानू प्लस माइनस 5। या सिंपल ले लो ae दी वैल्यू कितनी हैगी 5। सो a ऊपर हैगा 13 इंटू e इज इक्वल्स टू 5 इंप्लाइज टू e कितना आ गया 5 by 30। सो इतने तक तो क्लियर है ना। e साडे कोल कितना आ गया 5 by 30। बट असी पता ही करना हैगा
ਸਾਨੂੰ ਉਹਨੇ ਕਿਹਾ ਇਕੁਏਸ਼ਨ ਆਫ ਕਾਦੀ ਚਾਹੀਦੀ ਆ, ਐਲਿਪਸ ਦੀ ਚਾਹੀਦੀ ਆ। ਇਕੁਏਸ਼ਨ ਆਫ ਐਲਿਪਸ ਲਈ ਕੀ ਚਾਹੀਦਾ ਹੁੰਦੀ ਕਿ ਇਕੁਏਸ਼ਨ ਆਫ ਐਲਿਪਸ x² a² plus y² b² equal to 1, ਯਾਨੀ ਮੈਨੂੰ a² ਤੇ b² ਚਾਹੀਦਾ। a² ਤਾਂ ਇੱਥੋਂ ਆਏਗਾ 169, ਮੈਨੂੰ b² ਚਾਹੀਦਾ। ਕੀ ਫਾਰਮੂਲਾ ਦੱਸਿਆ ਸੀ, b² equal to a² into 1 minus e²। ਜਿਹਨੂੰ ਖੋਲੋ ਕੀ ਬਣ ਗਿਆ, b² equal to a² minus e²। ए ਦੀ ਵੈਲਿਊ 5 ਦਿੱਤੀ ਹੈ, b² ਚਾਹੀਦਾ ਸਾਨੂੰ, a² ਹੈਗਾ 169 minus 125 ਨਹੀਂ ਸੌਰੀ 25 ਹੈ ਨਾ, 5 ਹੈ ਨਾ ਵੈਲਿਊ 25। ਸੋ b² ਆ ਜਾਏਗਾ ਸਾਡੇ ਕੋਲ 4 and 144, that is b² ਆ ਗਿਆ 144। ਕਲੀਅਰ। ਸੋ b² ਦੀ ਵੈਲਿਊ ਇੱਥੇ ਸਾਡੇ ਕੋਲ ਕਿੰਨੀ ਆ ਗਈ, 144। ਇਹ ਵਾਲੀ ਚੀਜ਼ ਦੀ ਸਾਨੂੰ ਫਿਰ ਲੋੜ ਹੀ ਨਹੀਂ ਸੀ। ਠੀਕ ਹੈ ਜੀ, ਸਾਨੂੰ ਬਸ ਇੱਥੋਂ AE ਦੀ ਵੈਲਿਊ ਪਤਾ ਚੱਲ ਗਈ ਸੀ ਕਿ ਕਿੰਨੀ ਸੀ, 5। ਕਲੀਅਰ, ਪਤਾ ਚੱਲ ਗਿਆ। ਦੇਖੋ ਫਾਰਮੂਲਾ ਹਰ ਜਗ੍ਹਾ ਯੂਜ਼ ਹੋਣਾ। ਸੋ ਇੱਥੇ ਪੁੱਟ ਕਰ ਦੋ x² upon a² ਦੀ ਵੈਲਿਊ ਕਿੰਨੀ ਆ 169 plus y² b² ਕਿੰਨਾ 144 equal to 1। ਸੋ ਬਣ ਗਈ ਇਕੁਏਸ਼ਨ ਆਫ ਐਲਿਪਸ। ਈਜ਼ੀ ਸੀ ਨਾ, ਦੇਖੋ ਕਿੰਨੀ ਈਜ਼ੀਲੀ ਬਣ ਗਈ। ਸੋ ਲੈਟਸ ਟੇਕ ਸਕਰੀਨਸ਼ਾਟ, ਫਿਰ ਆਪਾਂ ਨੈਕਸਟ ਸਮ ਕਰਦੇ ਹਾਂ। नेक्स्ट है इक्वेशन ऑफ एलिप्स से पता करनी। कंडीशन की है, फोकस गिवन है सानू, फोकस गिवन है प्लस माइनस 3,0। सो देखते पता लगे एक्स का पॉइंट आ हॉरिजॉन्टल पैराबोला की गल की है। हुंदे की फोकस साडे को प्लस माइनस AE, 0, यानी AE दी वैल्यू साडे को कितनी आ गई 3। नेक्स्ट है पासिंग थ्रू। अच्छा, पासिंग पॉइंट देते सानू, पासिंग पॉइंट गिवन है सानू 4,1। इक्वेशन की होंगी एलिप्स की x² upon a², क्योंकि हॉरिजॉन्टल वाला है ना, y² upon b² equal to 1, यानी कि पासिंग पास करा दो इन्हें, पास थ्रू। देखो मैं एक गल दसदी हां, भावें पैराबोल होवे, सर्कल होवे, एलिप्स होवे, स्ट्रेट लाइन होवे, पासिंग पॉइंट होंदे ना, मतलब x y दे पॉइंट होंदे, उत्ते पास करवा देता उन्होंने। क्लियर, याद रखो, पास करवा दो, कितनी बन जाएगी 16 4 4 16 upon a² प्लस 1 upon b² equal to 1। यही बन गई। देखो तो सही ही है। इथों आ जाएगा जे असी इत्थे साडे कोल एक वैल्यू हुंदा ना b² equal to a² into 1 minus e² है ना, फिर मैं लिख ही सकती b² equal to a² minus ae², क्योंकि मैं तो ae का यूज हो जाए ना, तो इथों आ जाएगा b² इक्वल टू a² माइनस 3 का आ गया 9, यानी कि a² माइनस b² इक्वल टू भी आ गया 9। a² माइनस b² इक्वल टू आ गया 9, तो मैं कह सकती इथों a² इक्वल टू कितना आ गया 9 प्लस b²। ठीक है जी, a² माइनस b² आ गया साडे को, ते b² इथों जिहड़ी मर्जी वैल्यू कर लो, a² दी करनी, a² दी करनी, b² दी, b² जिहड़ी मर्जी कर लो। जो b² दी मैं लवां इथों कितनी आ जाएगी, वो b² दी वैल्यू कितनी आ जाएगी a² माइनस 9। क्यों कड्डी मैं वैल्यू, ताकि मैं इत्थे पुट करके कोई एक दा, क्योंकि मैंने देखो जो भी आएगा ना पेपर इक्वेशन ऑफ एलिप्स, मैनू की चाहिए a² b² दी वैल्यूज कट के इत्थे पुट कर देनी है। वही मेन चाहिए, पासिंग पॉइंट का कोई भी हो सकते हैं, यही कांस्टेंट है, कांस्टेंट वैल्यू कांस्टेंट रहनी। सो इत्थे इन्ना तुहानू क्लीयर हो गया। मैं इधर नहीं तो सॉल्व कर देनी है। 16 upon a², ओके, प्लस 1 upon b² दी वैल्यू की है a² माइनस 9। देखो इत्थे सम भावें लेंथी हो सकता, पेपर च डाटा वही हुंदा दित्ता जिहड़ा बहुत ईजिली सॉल्व हो जाए, गल दा ध्यान रखियो। ठीक है, सो इन्हां नूं देख के डीमोटिवेट नहीं होना कि इन्ने इन्ने सम आपां किद्दां थोड़े टाइम च करांगे। सो इहनूं तुसीं सॉल्व कर लो। इत्थे की लिखिया आपां a² माइनस 9, यानी 16 a² माइनस 16 इंटू माइनस 9, सॉरी 16 इंटू 9 प्लस a² इक्वल टू a² इंटू a² माइनस 9। ठीक है, इहनूं जदों तुसीं पूरा एक क्वाड्रेटिक इक्वेशन बनेगी, इसे इतना लंबा नहीं करेंगे, वीडियो बहुत लंबी हो जाएगी। मैं तुहानूं सिंपल वैल्यू लिखा देनी। इत्थों a² दी वैल्यू आ जाएगी 8 इंटू 18, a² दी वैल्यू आ जाएगी 8 इंटू 18, क्योंकि तुसीं सॉल्व तो कर लेंदे हो, वैल्यूज तो तुसीं खुद कढ लैणे, मल्टीप्लाई करके क्वाड्रेटिक बन जाएगी a² दे विच, तो तुहाडे कोल a² दी वैल्यू 2 आ जानी है 8 ते 18।
ਤੁਸੀਂ a ਸਕੁਅਰ ਦੀ ਵੈਲਿਊ ਇੱਥੇ ਪੁੱਟ ਕਰੋਗੇ ਇਸ ਇਕੁਏਸ਼ਨ 'ਚ ਤਾਂ ਕਿ b ਸਕੁਅਰ ਨਿਕਲ ਜਾਏ। ਦੇਖੋ b ਸਕੁਅਰ ਇਕੁਅਲ ਟੂ ਕੀ ਹੋ ਗਿਆ, ਜਦੋਂ ਮੈਂ a ਦੀ ਵੈਲਿਊ ਲਵਾਂਗੀ 8, a ਦੀ ਵੈਲਿਊ ਲਈ ਮੈਂ 8 ਸਕੁਅਰ, a ਸਕੁਅਰ ਦੀ ਵੈਲਿਊ 8 ਆ ਗਈ, 8 ਮਾਈਨਸ 9 ਮਾਈਨਸ 1 ਆ ਗਿਆ, डिस्टेंस माइनस हो सकता नहीं, सो ये वैल्यू तो होगी रिजेक्टेड, यानी a स्क्वायर की वैल्यू केड़ी आएगी 80। सो a स्क्वायर की वैल्यू ਆਪਾਂ केड़ी लवांगे ਇੱਥੇ 80, ठीक है। सो b स्क्वायर कितना आ गया इथों 9 निकल गया, a स्क्वायर b स्क्वायर इक्वेशन च पुट कर दो, x स्क्वायर अपॉन की ਹੁੰਦਾ ਸਾਡੇ ਕੋਲ a स्क्वायर कितना हैगा ਸਾਡੇ ਕੋਲ आया 18, y स्क्वायर अपॉन b स्क्वायर कितना आ गया 9। सो दिस इज योर आंसर। Clear? x square upon 18 plus y square upon 9 is equal to 1. Clear? So this is your answer. So कितना की आपका पासिंग पॉइंट्स पास कराते ही दी वैल्यू यूज करके b स्क्वायर a स्क्वायर करना सी वो कर लो। So next सम करते हैं, let's take स्क्रीनशॉट। ये खुद सॉल्व कर लियो सारा, इत्थे तुसी खुद कर सकते हो। एक क्वाड्रेटिक देख के पता लगता है a दी पावर 4 आ जाएगी ना, माइनस a स्क्वायर, a दी पावर 4 नु स्क्वायर दी स्क्वायर लिख लांगे, फिर स्क्वायर दी पावर जिदा a दी 4 बन जाएगा, अगे a स्क्वायर हो गया, कुछ भी नहीं, क्वाड्रेटिक में स्क्वायर दी स्क्वायर लिखी सारी से क्वाड्रेटिक इन a स्क्वायर होएगी, फिर डिस्क्रिमिनेंट लगा के जिदा भी x का फार्मूला लगा के ना माइनस b प्लस माइनस डिस्क्रिमिनेंट अपॉन 2 वो लगा लो, जिहड़ा मर्जी लगा के जिदा भी करना कर लो, वैल्यू साडियां आ जाएंगी। नेक्स्ट क्वेश्चन हैगा find the equation of ellipse with center at origin and length of major axis 20 and foci is 0 plus minus 5. Okay, so equation of ellipse again पता करनी है। equation की होंगी x square upon a square plus y square upon b square equal to 1, but इत्थे b square भी आ सकता, भी पता वो किद्दां पता चल जाएगा। हुण देखो पॉइंट केड़ा y वाला, यानी केड़ी इक्वेशन होगी b square इधर a square, बस यही दिमाग लगाना तुसी देख के। ਹੁਣ ऑब्वियसली देखो ना फोकस y एक्सिस ਤੇ y एक्सिस ਕਿਹੜਾ ਹੋਏਗਾ, वर्टिकल एलिप्स होएगा ਤੁਹਾਡੇ ਕੋਲ। वर्टिकल एलिप्स ਜਿਹੜਾ ਉੱਥੇ ਉਹਦੀ ਇਕੁਏਸ਼ਨ ਕੀ ਹੁੰਦੀ ਹੈ x स्क्वायर upon b स्क्वायर plus y स्क्वायर upon a स्क्वायर equal to 1। लेंथ ऑफ मेजर एक्सिस ਤਾਂ ਆਲਵੇਸ 2a ਰਹਿੰਦੀ ਹੈ, ਤੁਹਾਨੂੰ ਪਤਾ ਹੀ ਹੈ। मेजर एक्सिस ਦੀ ਲੈਂਥ ਕਿੰਨੀ ਦੇਤੀ 20, ਸੋ a ਇਥੋਂ ਕਿੰਨਾ ਆ ਗਿਆ 10, ਤਾਂ a स्क्वायर कितना आ गया 100। फोकई यानी कि प्लस माइनस ए ई की वैल्यू ਤੁਹਾਨੂੰ ਕਿੰਨੀ ਦੇਤੀ 5, ठीक है। ए दी वैल्यू ए ई हो गया साडे कोल 5 ते ए हैगा साडे कोल 10 इंटू ई इक्वल टू 5, यानी ई कितना आ गया 1/2। क्लियर? तो पता की करना बी स्क्वायर की हुंदा रिलेशन, बी स्क्वायर इक्वल टू ए स्क्वायर इंटू 1 माइनस ई स्क्वायर। बी स्क्वायर पता करना, ए स्क्वायर है 100, 1 माइनस 1/4, ई स्क्वायर आ जाएगा ना, बी स्क्वायर इक्वल टू 100, 4 माइनस 1 3/4, बी स्क्वायर की वैल्यू कितनी आ गई 75। सो ए स्क्वायर भी है, बी स्क्वायर पुट कर दिया इथे 75, 100 इक्वल टू 1। इक्वेशन ऑफ की बन गई साडे कोल एलिप्स बन गई। क्लियर? इजी हैगा है। सो नेक्स्ट क्वेश्चन देखते हैं। देखो मैं ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਜਿਹੜੀ ਹੁੰਦੇ ਨਾ ਐਲਿਪਸ ਪੈਰਾਬੋਲਾ, ਜਦੋਂ ਮੈਂ ਫਸਟ ਟਾਈਮ ਕੀਤੇ ਸੀ, ਲਾਈਕ ਮੈਂ ਨਾ ਕਨਸੈਪਟ ਦੇ ਤੋਂ ਨਾ ਬਹੁਤ ਜ਼ਿਆਦਾ ਆਊਟ ਆਫ ਟੱਚ ਸੀ ਕਾਫੀ ਟਾਈਮ ਤੋਂ, ਤੇ ਜਦੋਂ ਕੀਤੇ ਸੀ ਨਾ ਫਸਟ ਟਾਈਮ ਇਦਾਂ ਲੱਗਦਾ ਯਾਰ ਇੰਨੇ ਫਾਰਮੂਲੇ ਕਿੱਦਾਂ ਕਰਨੇ ਹੈਗੇ ਆ, ਬਟ ਤੁਸੀਂ ਉਹਨੂੰ ਇੱਕ ਵਾਰੀ ਪੋਜ਼ਿਟਿਵਲੀ ਲੈ ਕੇ ਦੇਖੋ, ਫਾਰਮੂਲੇਸ ਦੀ ਪ੍ਰੈਕਟਿਸ ਕਰੋ, ਕੁਐਸਚਨਸ ਦੀ ਪ੍ਰੈਕਟਿਸ ਕਰੋ, ਬਹੁਤ ਈਜ਼ੀ ਹੁੰਦੇ ਨੇ। ਜਿਹਨਾਂ ਚ ਪਤਾ ਹੀ ਇਹ ਫਾਰਮੂਲਾ ਲਗਾ ਕੇ ਆਨਸਰ ਆ ਜਾਣਾ, ਉਸ ਤੋਂ ਬੈਸਟ ਕੀ ਆ, ਕੋਈ ਜ਼ਿਆਦਾ ਕਨਸੈਪਟ ਨਹੀਂ ਲੱਗ ਰਿਹਾ, ਜਸ ਤੁਸੀਂ ਦੇਖਣਾ x ਤੇ ਪੁਆਇੰਟ ਹੈਗਾ ਤੇ x ਵਾਲਾ ਫਾਰਮੂਲਾ ਲਗਾਉਂਦੇ ਹੋ, 3 ਤਾਂ 4 ਫਾਰਮੂਲੇ ਬਾਰ-ਬਾਰ ਯੂਜ਼ ਹੋ ਰਹੇ, ਪਲੱਸ ਮਾਈਨਸ a b स्क्वायर इक्वल टू a स्क्वायर इंटू 1 माइनस e स्क्वायर, ਇਹ ਫਾਰਮੂਲਾ ਯੂਜ਼ ਹੋ ਰਿਹਾ। ਜਾਂ ਇੱਕ ਦਿਮਾਗ 'ਚ ਕੀ ਰੱਖਣਾ ਹੈ ਕਿ ਜੇ x ਵਾਲਾ ਪੁਆਇੰਟ ਹੈ ਤਾਂ x स्क्वायर अपॉन a स्क्वायर प्लस y स्क्वायर अपॉन b स्क्वायर इक्वल टू 1 ਪੈਰਾਬੋਲਾ ਲੈਣਾ। ਜੇ ਸਾਡੇ ਕੋਲ y ਵਾਲਾ ਪੁਆਇੰਟ ਹੈ ਤਾਂ x स्क्वायर अपॉन b स्क्वायर प्लस y स्क्वायर अपॉन e स्क्वायर इक्वल टू 1 ਲੈਣਾ। ਮਤਲਬ ਕੀ ਚੀਜ਼ਾਂ ਨੂੰ ਸੌਖਾ ਬਣਾਓ, ਔਖਾ ਨਾ ਲਓ। ਤੁਸੀਂ ਔਖਾ ਲਓਗੇ ਨਾ ਉਹ ਹੋਰ ਔਖੀਆਂ ਬਣ ਜਾਣਗੀਆਂ, ਕੀ ਫਾਇਦਾ? ਆਪ ਵੀ ਔਖਾ ਕਰੀ ਜਾਂਦੇ ਉਹਨਾਂ ਚੀਜ਼ਾਂ ਨੂੰ। ਕੋਸ਼ਿਸ਼ ਕਰੋ ਉਹਨਾਂ ਨੂੰ ਸੌਖਾ ਲਓ, ਸੌਖਾ ਕਰੋ, ਮਤਲਬ ਕਿ ਯਾਰ ਇਹ ਸੌਖੀਆਂ ਬਣ ਜਾਣਗੀਆਂ, ਕੁਛ ਔਖਾ ਨਹੀਂ ਹੈਗਾ। ਇੱਕ ਵਾਰੀ ਪੋਜ਼ਿਟਿਵ ਵਾਈਬਸ ਤੁਸੀਂ ਖੁਦ ਤਾਂ ਦੋ ਉਸ ਚੀਜ਼ ਨੂੰ ਖੁਦ, ਕਿਉਂਕਿ ਦੇਖਿਆ ਮੈਂ ਇਸ ਤੋਂ ਨਾ ਹੋ ਜਾਂਦਾ ਵੀ ਹਾਂ ਯਾਰ ਇੰਨੇ ਵਾਲੀਆਂ ਚੀਜ਼ਾਂ ਖਰੇ ਹੋਣੀਆਂ ਨਹੀਂ,
ਮੇਰੇ ਨਾਲ ਵੀ ਸੀ ਫਸਟ ਟਾਈਮ, ਬਟ ਨਹੀਂ ਮੇਰਾ ਇੱਕ ਮੈਥਡ ਸੀ ਕਿ ਉਹਨਾਂ ਨੂੰ ਨਹੀਂ ਯਾਰ ਹੋ ਜਾਣਗੀਆਂ, ਈਜ਼ੀ ਆ, ਬਾਕੀ ਈਜ਼ੀ ਹੋ ਜਾਂਦੀਆਂ, ਬਟ ਪਹਿਲਾਂ ਖੁਦ ਕੰਮ ਤੁਹਾਨੂੰ ਕਰਨਾ ਪੈਣਾ। ਤੁਸੀਂ ਔਖਾ ਲਓਗੇ ਤਾਂ ਔਖਾ ਬਣਨੀ ਹੈ, ਠੀਕ ਹੈ ਜੀ। ਔਖਾ ਕੁਝ ਨਹੀਂ ਹੁੰਦਾ, ਠੀਕ ਹੈ, ਸਾਡੇ ਤੇ ਡਿਪੈਂਡ ਕਰਦਾ ਉਸ ਚੀਜ਼ ਨੂੰ ਸੌਖਾ ਬਣਾਉਣਾ ਕਿੱਦਾਂ ਬਣਾਉਣਾ, ਠੀਕ ਹੈ। ਕੀ ਔਖਾ ਕੀ ਆ, ਤੁਸੀਂ ਉਹਨੀ ਇੱਕ ਅਲੱਗ ਟੈਕਨੀਕ ਨਾ ਕਰੋ, ਤੁਸੀਂ ਉਹੀ ਟ੍ਰੈਡੀਸ਼ਨਲ ਮੈਥਡਸ ਕਰੀ ਜਾਓਗੇ, ਔਖਾ ਲੱਗੇਗਾ ਨਾ। ਸੋ ਬੈਠੋ, ਇੱਕ ਆਪਣੀ ਕ੍ਰੀਏਟੀਵਿਟੀ ਐਡ ਕਰੋ ਕਿ ਇਹ ਫਾਰਮੂਲਾ ਮੈਂ ਏਦਾਂ ਬਣਾਉਣਾ ਹੈਗਾ, ਇਹਨੂੰ ਏਦਾਂ ਰਿਲੇਟ ਕੀਤਾ, ਕੁਝ ਨਹੀਂ ਔਖੇ ਹੋਣਗੇ, ਸੌਖੀਆਂ ਹੋਣਗੀਆਂ ਚੀਜ਼ਾਂ। ਫਸਟ ਆਪ ਸੌਖਾ ਬਣਾਇਆ ਕਰੋ। ਇੱਕ ਵਾਰੀ ਤੁਸੀਂ ਕਹਿ ਦਿੱਤਾ ਨਾ ਚੀਜ਼ ਨੂੰ ਕਿ ਹਾਂ ਸੌਖੀ ਆ, ਮੈਂ ਕਰ ਲੈਣੀ ਆ, ਉਹ ਸੌਖੀ ਹੋ ਜਾਂਦੀ ਹੈ, ਠੀਕ ਹੈ। ਫਸਟ ਕੰਮ ਤੁਹਾਡਾ ਤੁਸੀਂ ਕਰਨਾ, ਫਿਰ ਤੁਸੀਂ ਪਹਿਲਾਂ ਹੀ ਕਹਿ ਦੋਗੇ ਨਾ ਖੁਦ ਨੂੰ ਮੈਨੂੰ ਨਹੀਂ, ਤੁਸੀਂ ਆਪਣੇ ਆਪ ਨੂੰ ਕਹਿਣਾ, ਫਿਰ ਆਪਣੇ ਆਪ ਨੂੰ ਕਹੋ ਕਿ ਹਾਂ ਯਾਰ ਈਜ਼ੀ ਆ, ਮੈਂ ਕਰ ਲੈਣਾ, ਕਲੀਅਰ। ਸੋ ਨੈਕਸਟ ਕੁਐਸਚਨ ਦੇਖਦੇ ਆ, ਫਾਈਂਡ ਦੀ ਇਕੁਏਸ਼ਨ ਆਫ ਐਲਿਪਸ ਵਿਦ e ਦੀ ਵੈਲਿਊ ਦਿੱਤੀ ਹੋਈ ਤੁਹਾਨੂੰ, ਇਹ ਤੁਹਾਡੇ ਲਈ ਸਮ ਛੱਡ ਦਿੰਨੇ ਆ। ਫੋਕਸ ਔਨ ਦਾ y ਐਕਸਿਸ, ਦੇਖੋ ਉਹਨੇ ਹੁਣ ਦੱਸ ਦਿੱਤਾ ਕਿ ਫੋਕਸ ਕਿਹਦੇ ਤੇ ਆ, y ਐਕਸਿਸ। ਮੈਂ ਤੁਹਾਨੂੰ ਹਿੰਟ ਦੇ ਦਿੰਦੀ ਹਾਂ, ਤੁਸੀਂ ਟਰਾਈ ਕਰਿਓ, ਨਹੀਂ ਹੋਏਗਾ ਤੇ ਮੈਨੂੰ ਦੱਸ ਦਿਓ, ਮੈਂ ਨੈਕਸਟ ਵੀਡੀਓ ਚ ਕਰਵਾ ਵੀ ਦਵਾਂਗੀ, ਬਟ ਅੱਜ ਹੀ ਮੈਨੂੰ ਦੱਸ ਦਿਓ, ਠੀਕ ਹੈ, ਕਰਕੇ। ਫੋਕਸ ਔਨ ਦਾ y ਐਕਸਿਸ ਤੇ ਮਤਲਬ ਕਿਹੜਾ ਪੈਰਾਬੋਲਾ ਹੋਏਗਾ, ਵਰਟੀਕਲ, ਐਂਡ ਸੈਂਟਰ ਐਟ ओरिजिन, ठीक है, सेंटर में स्टैंडर्डाइज पैराबोला ਦੀ ਗੱਲ ਆ। ਤੇ ਪਾਸਿੰਗ ਥਰੂ, ਪਾਸਿੰਗ ਪੁਆਇੰਟ ਦਿੱਤੇ, ਪਾਸਿੰਗ ਪੁਆਇੰਟ ਮੈਂ ਤੁਹਾਨੂੰ ਇੱਥੇ ਕਰਾ ਦਿੱਤਾ ਕਿ ਪਾਸਿੰਗ ਪੁਆਇੰਟ ਨੂੰ ਆਪਾਂ ਕਿੱਦਾਂ ਪੁੱਟ ਕਰੀਦਾ ਨਾ। ਪਾਸਿੰਗ ਪੁਆਇੰਟ ਹੈਗਾ 6 4, ਤੇ ਤੁਸੀਂ ਪਤਾ ਕਰਨੀ ਇਕੁਏਸ਼ਨ ਆਫ ਐਲਿਪਸ। ਕਰੋਗੇ, ਖੁਦ ਕਰਿਓ ਤੁਸੀਂ ਟਰਾਈ। e ਦੀ ਵੈਲਿਊ ਦਿੱਤੀ ਹੈ, ਹੁਣ ਸਾਰੇ ਤਾਂ ਮੈਂ ਤੁਹਾਨੂੰ ਫਾਰਮੂਲੇ ਲਿਖਾਤੇ, ਸਾਰੇ ਫਾਰਮੂਲੇ ਲਗਾ ਕੇ ਪ੍ਰੈਕਟਿਸ ਕਰਿਓ, ਖੁਦ ਇਹ ਵਾਲਾ ਟਰਾਈ ਕਰਿਓ। ਪਾਸਿੰਗ ਪੁਆਇੰਟ ਦਿੱਤੇ ਹੋਏ 6 4, e ਦੀ ਵੈਲਿਊ ਦਿੱਤੀ, ਫੋਕਸ ਉਹਨੇ ਦੱਸ ਦਿੱਤਾ y ਐਕਸਿਸ ਤੇ ਹੈਗਾ, ठीक है। लगनगे ਤੁਹਾਡੇ ਕਨਸੈਪਟ, ਦਿਮਾਗ ਲੱਗੇਗਾ, ਇਕੁਏਸ਼ਨ ਇੱਧਰ ਉੱਧਰ ਲਗਾ ਕੇ ਕਰਨਾ ਹੋ ਜਾਏਗਾ। ਬਹੁਤ ਈਜ਼ੀ ਹੁੰਦੀਆਂ ਚੀਜ਼ਾਂ, ਤੁਹਾਡੇ ਤੇ ਡਿਪੈਂਡ ਵੀ ਬਹੁਤ ਕਰਦਾ ਕਿ ਤੁਸੀਂ ਉਸ ਚੀਜ਼ਾਂ ਨੂੰ ਕਿੱਦਾਂ ਬੈਠ ਕੇ ਪ੍ਰੈਕਟਿਸ ਕਰਦੇ ਹੋ। ਪ੍ਰੈਕਟਿਸ ਜਦੋਂ ਨਾ ਕੋਈ ਵੀ ਚੀਜ਼ ਔਖੀ ਹੁੰਦੀ ਨਾ, ਉਹ ਪ੍ਰੈਕਟਿਸ ਮੰਗਦੀ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਇੱਕ ਵਾਰੀ ਚ ਕਦੀ ਆਪਣੇ ਆਪ ਨੂੰ ਨਹੀਂ ਜੱਜ ਕਰਨਾ, ਕਿਸੇ ਕਨਸੈਪਟ ਨੂੰ ਜੱਜ ਨਹੀਂ ਕਰਨਾ। ਮਿਨੀਮਮ 5 ਟਾਈਮਸ ਉਸ ਚੀਜ਼ ਦੀ ਪ੍ਰੈਕਟਿਸ ਕਰੋ, ਮਿਨੀਮਮ। ਮੈਂ ਬੋਲਦੀ ਕੋਈ ਕਨਸੈਪਟ ਆਂਦਾ ਵੀ ਹੈ ਨਾ ਤੁਹਾਨੂੰ, ਉਹਨੂੰ ਵੀ 5 ਟਾਈਮ ਪ੍ਰੈਕਟਿਸ ਜਿਹੜੀ ਕਰੋ, ਮਿਨੀਮਮ। ਕੀ ਹੁੰਦਾ, ਨਹੀਂ ਤਾਂ ਕਈ ਵਾਰੀ ਹੁੰਦਾ ਨਾ ਸਾਨੂੰ ਚੀਜ਼ਾਂ ਆਉਂਦੀਆਂ ਪੇਪਰ 'ਚ ਜਾ ਕੇ ਆਪਾਂ ਕਹਿੰਦੇ ਯਾਰ ਉਹ ਭੁੱਲ ਗਈਆਂ, ਯਾਰ ਇੱਥੋਂ ਆਹ ਫਾਰਮੂਲਾ ਸੀ। ਕੀ ਹੁੰਦਾ, ਸਾਡੀ ਪ੍ਰੈਕਟਿਸ 'ਚ ਕਿਤੇ ਨਾ ਕਿਤੇ ਕਮੀ ਹੁੰਦੀ ਹੈ। ਰਿਟਨ ਪ੍ਰੈਕਟਿਸ ਸਾਈਕੋਲੋਜੀਕਲੀ ਵੀ ਮੈਂ ਤੁਹਾਨੂੰ ਦੱਸਿਆ ਸੀ ਬਹੁਤ ਫਾਇਦੇਮੰਦ ਹੈਗੀ। ਰਿਟਨ ਚੀਜ਼ਾਂ ਭੁੱਲਦੀਆਂ ਨਹੀਂ, ਵੋਕੈਬਲਰੀ ਬਣਦੀ ਹੈ ਅਕੋਰਡਿੰਗ ਟੂ ਸਾਈਕੋਲੋਜੀ। ਰਿਟਨ ਪ੍ਰੈਕਟਿਸ ਕਰੋ ਬੈਠ ਕੇ, ਉਹ ਵੀ ਨਹੀਂ ਮਤਲਬ ਹੈਗਾ ਕਿ ਧਿਆਨ ਹੋਰ ਪਾਸੇ ਆ, ਤੇ ਰਿਟਨ ਮਤਲਬ ਕਿ ਕੁਝ ਕ੍ਰੀਏਟੀਵਿਟੀ ਐਡ ਕਰਕੇ ਚੀਜ਼ ਨੂੰ ਡਿਫਰੈਂਟ ਬਣਾਓ ਤੇ ਸਹੀ, ਠੀਕ ਹੈ। ਸੋ ਇਹ ਚੀਜ਼ਾਂ ਟਰਾਈ ਕਰੋ, ਨਾਲ ਚੀਜ਼ਾਂ ਸੌਖੀਆਂ ਆ, ਸੌਖੀਆਂ ਰਹਿਣਗੀਆਂ, ਬਹੁਤ ਈਜ਼ੀ ਹੈ, ਠੀਕ ਹੈ, ਟੈਨਸ਼ਨ ਨਹੀਂ ਲੈਣੀ। ਜੇ ਤੁਹਾਨੂੰ ਵੀਡੀਓ ਪਸੰਦ ਆਈ, ਲਾਈਕ ਐਂਡ ਕਮੈਂਟ ਜ਼ਰੂਰ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।